पंजाब दे विच हाल ही दे विच जिवें जियां घटनावां होईयां ने उस नूं लैके यूथ है जिहड़ा वो भी काफ़ी नामोशी दे विच है। सीएम भगवंत मान नूं एक चिट्ठी है जिहड़ी नौजवान दे वल्लों लिखी गई है। सिद्धू मूसेवाला दा जिहड़ा कतल होया है उस तो बाद यह चिट्ठी है जिहड़ी लिखी गई है, पर इस दे विच होर भी जिन्नियां घटनावां नौजवानों नूं लैके पंजाब दे विच हो रहीआं ने उसका जिक्र किया गया है कि यह चिट्ठी ते क्यों लिखी गई है। साडे नाल गलबात करन लई गुरमोहन सिंह हैगे ने। गुरमोहन जी, तुसी सीएम भगवंत मान नूं यह चिट्ठी लिखी है, इस चिट्ठी दे विच की लिखिया उन्हां नूं? देखो जी, सब तो पहले तो मैं लिखिया जिहड़ा हुण दा माहौल सिरजिया जा चुक्या आ, नरपੱਖੀ माहौल आ जिहड़ा पंजाब दा, जिहदे विच नौजवानी दे कतल हो रहे आ। मैं जिहड़ी तुहानूं ये चिट्ठी लिख रिहा, मैं कोई सहायता लैण दे लई नहीं सगों देण लई लिख रिहा, क्योंकि मैं महसूस कर पा रहा कि इत्थे एक काबिलियत आ जिहड़ी उन्हां दी, ओह शक दे घेरे दे विच सारिਆਂ ने ਚੱਕੀ ਆ। ਤੇ ਮੈਨੂੰ ਇਹ ਕਿ ਇਸ ਮੌਕੇ ਤੇ ਇਹਦੇ ਹੱਲ ਹੋਣਾ ਚਾਹੀਦਾ ਆ। ਜਦੋਂ ਆਪਦੇ ਘਰ ਦੇ ਵਿੱਚ ਆ ਕੁਝ ਹੋ ਜਾਵੇ, ਜੇ ਵੇਲੇ ਦੀ ਸਰਕਾਰ ਨਾਕਾਮ ਹੋ ਜਾਵੇ, ਤੇ ਇਹਦੇ ਵਾਸਤੇ ਮੈਂ ਇਹਨਾਂ ਤੋਂ ਕੋਈ ਫੇਵਰ ਨਹੀਂ ਲੈ ਰਿਹਾ, ਕੁਛ ਨਹੀਂ ਲੈ ਰਿਹਾ। ਮੈਂ ਸਹਿਯੋਗ ਲਿਖਣ ਦੇ ਮੰਤਵ ਦੇ ਨਾਲ ਇਹ ਚਿੱਠੀ ਲਿਖੀ ਆ, ਕਿਉਂਕਿ ਇਹਦੇ ਵਿੱਚ ਮੈਂ ਇਹਨਾਂ ਨੂੰ ਸਭ ਤੋਂ ਪਹਿਲਾਂ ਕੁਝ ਸਵਾਲ ਕੀਤੇ ਨੇ, ਇੱਕ ਦੋ ਜਿਹੜੇ ਭਗਤ ਸਿੰਘ ਦੇ ਰੰਗ ਦੀ ਪੱਗ ਵੱਜਦੇ ਆ, ਨੌਜਵਾਨ ਸੀ ਨਾ ਇੱਕ, ਉਹਦੀ ਨੌਜਵਾਨੀ ਤੋਂ ਇੱਕ ਸਵਾਲ ਪੁੱਛੇ, ਕਿਉਂਕਿ ਨੌਜਵਾਨੀ ਹੀ ਖਤਮ ਹੋ ਰਹੀ ਆ ਪੰਜਾਬ ਦੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਹੱਲ ਦਿੱਤੇ ਨੇ, ਤੇ ਮੈਂ ਇਹਨਾਂ ਨੂੰ ਆਖਿਆ ਕਿ ਸਵਾਲ ਹੋਰ ਵੀ ਹਨ। ਫਿਰ ਮੈਂ 6 ਸਵਾਲ ਹੋਰ ਪੁੱਛੇ ਆ, ਜਿਹੜੇ ਮੈਂ ਸੋਚਦਾ ਮੇਰੇ ਵਰਗਾ ਹਰ ਪੰਜਾਬ ਦਾ ਨੌਜਵਾਨ ਇਹਨਾਂ ਤੋਂ ਪੁੱਛਣਾ ਚਾਹੁੰਦਾ। ਕੀ ਸਵਾਲ ਨੇ ਉਹ? ਸਭ ਤੋਂ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਹੜਾ ਇੱਕ 3 ਕਮਰਿਆਂ 'ਚੋਂ ਉੱਠਿਆ ਮੁੰਡਾ ਮੱਧ ਵਰਗੀ ਇਸ ਰੁਤਬੇ 'ਤੇ ਪਹੁੰਚ ਗਿਆ ਕਿ ਤੁਹਾਡੇ ਤੋਂ ਜ਼ਿਆਦਾ ਇਨਕਮ ਟੈਕਸ ਪੇ ਕਰਦਾ ਸੀ, ਉਹੀ ਇਨਕਮ ਟੈਕਸ ਜਿਹਦੇ ਸਿਰ 'ਤੇ ਤੁਹਾਡੀ ਸਰਕਾਰ ਚੱਲਦੀ ਆ, ਤੁਸੀਂ ਉਹਦੀ ਜਿਹੜੀ ਸੁਰੱਖਿਆ ਆ ਉਹ ਯਕੀਨੀ ਕਿਉਂ ਨਾ ਬਣਵਾ ਪਾਏ। ਦੂਜਾ ਸਵਾਲ ਆ ਕਿ ਸੈਂਟਰ ਦੀਆਂ ਏਜੰਸੀਜ਼ ਜੇ ਟਿਪ ਦੇ ਰਹੀਆਂ ਸੀ ਵੀ 9 ਮਹੀਨੇ ਪਹਿਲਾਂ ਤੁਹਾਨੂੰ ਇਨਫੋਰਮੇਸ਼ਨ ਮਿਲ ਗਈ ਸੀ, ਉਹਦੇ ਗਾਣਿਆਂ ਦੇ ਵਿੱਚ ਦਿਖਦਾ ਆ ਕਿ ਉਹਦੀ ਜਾਨ ਨੂੰ ਖਤਰਾ ਸੀ, ਉਹ ਕਹਿੰਦਾ ਸੀ ਮੈਨੂੰ ਮਰਵਾ ਦੇਣਗੇ। ਉਹ ਗਾਣੇ ਹੁਣ ਵਾਇਰਲ ਹੋ ਰਹੇ ਆ, ਤੁਸੀਂ ਦੇਖ ਸਕਦੇ ਹੋ ਸੋਸ਼ਲ ਮੀਡੀਆ 'ਤੇ। ਇੰਨਾ ਕੁਛ ਹੋ ਗਿਆ ਅਤੇ ਉਹਦੀ ਸੁਰੱਖਿਆ ਘਟਾਈ ਗਈ। ਕਿਹੜੀ ਇਸ ਤਰੀਕੇ ਦੀ ਲਾਪਰਵਾਹ ਅਫਸਰਸ਼ਾਹੀ ਸੀਗੀ ਕਿ ਉਹਨੂੰ ਜਨਤਕ ਵੀ ਕਰ ਦਿੱਤਾ ਗਿਆ। ਅਤੇ ਉਸ ਤੋਂ ਬਾਅਦ ਮੈਂ ਤੀਜਾ ਸਵਾਲ ਇਹਨਾਂ ਨੂੰ ਕਰਦਾ ਕਿ ਕਿਸੇ ਨੂੰ ਉਪਦੇਸ਼ ਦੇਣਾ ਬਹੁਤ ਸੌਖਾ ਹੁੰਦਾ। ਸਿੱਖ ਕੌਮ ਦੇ ਜਿਹੜੇ ਮਾਣਯੋਗ ਜਥੇਦਾਰ ਸਾਹਿਬਾਨ ਨੇ ਜਦੋਂ ਲਾਇਸੈਂਸਡ ਵੈਪਨ ਦੀ ਗੱਲ ਕਰਦੇ ਆ, ਅਤੇ ਧਰਮ ਦੇ ਵਿੱਚ ਤਾਂ ਸਾਡੇ ਸ਼ਸਤਰ ਅਤੇ ਸ਼ਾਸਤਰ ਇਕੱਠੇ ਚੱਲਦੇ ਆ, ਅਤੇ ਜਦੋਂ ਧਮਕੀਆਂ ਮਿਲਦੀਆਂ ਨੇ 2% ਵਾਲੀਆਂ ਜਾਂ ਜਿੱਦਾਂ ਦੇ ਹਾਲਾਤ ਆ, ਉਹਦੇ ਵਿੱਚ ਤਾਂ ਜਿਹੜਾ ਲਾਇਸੈਂਸਡ ਵੈਪਨ ਆ ਉਹ ਤਾਂ ਰੱਖਿਆ ਤਾਂ ਇੱਕ ਰੁਤਬਾ ਰੱਖਦਾ ਆ, ਤੁਹਾਨੂੰ ਬਚਾਉਂਦਾ ਆ। ਉਹਦੇ ਵਿੱਚ ਤੁਸੀਂ ਜੇ ਇਹਨਾਂ ਨੂੰ ਵੈਪਨਸ ਨੂੰ ਇੰਨਾ ਹੀ ਉਹ ਮੰਨਦੇ ਹੋ ਸੁਰੱਖਿਆ ਵਾਸਤੇ, ਤਾਂ ਤੁਸੀਂ ਆਪਦੀ ਸਿਕਿਉਰਿਟੀ 'ਚ ਐਡੇ ਡੈਡਲੀ ਵੈਪਨਸ ਕਿਉਂ ਯੂਜ਼ ਕੀਤੇ ਆ। ਇੱਥੇ ਸ਼ੱਕ ਦੇ ਘੇਰੇ ਦੇ ਵਿੱਚ ਆਉਂਦਾ AN-94, ਉਹ ਤਾਂ ਕੋਈ ਲਾਇਸੈਂਸਡ ਵੈਪਨ ਨਹੀਂ ਸੀ। ਔਰ ਜਿੰਨਾ ਪੰਜਾਬ 'ਚ ਕ੍ਰਾਈਮ ਕਮਿਟ ਹੋ ਰਿਹਾ ਉਹਦੇ ਉੱਤੇ ਇੱਕ ਵਾਈਟ ਪੇਪਰ ਹੋਵੇ ਵੀ ਕਿੰਨੇ ਕੁ % ਉਹਦੇ ਉੱਤੇ ਲਾਇਸੈਂਸਡ ਵੈਪਨ ਯੂਜ਼ ਕੀਤਾ ਜਾਂਦਾ। ਸਗੋਂ ਜੇ ਤੁਹਾਡੇ ਕੋਲ ਵੈਪਨ ਹੋਊਗਾ, ਵੈਪਨ ਦੇ ਬਦਲੇ ਉਸ ਚੀਜ਼ ਨੂੰ ਬਚਾਇਆ ਤਾਂ ਜਾ ਸਕਦਾ। ਫਿਰ ਇਸ ਤੋਂ ਬਾਅਦ ਮੈਂ ਅੱਗੇ ਚੌਥਾ ਸਵਾਲ ਰੱਖਿਆ ਕਿ ਤੁਸੀਂ VVIP ਕਲਚਰ ਕਹਿੰਦੇ ਹੋ ਅਸੀਂ ਖ਼ਤਮ ਕਰਤਾ, ਜਿਹਦੇ ਪਿੱਛੇ ਤੁਸੀਂ ਸਿਕਿਉਰਿਟੀ ਦੀ ਵੀ ਗੱਲ ਕਰਦੇ ਹੋ। ਤੁਸੀਂ ਆਪਣੀ ਮਾਤਾ ਅਤੇ ਭੈਣ ਨੂੰ ਤਾਂ ਸਿਕਿਉਰਿਟੀ ਦੇਤੀ, ਅਤੇ ਤੁਸੀਂ ਕਹਿੰਦੇ ਹੋ ਕਿ ਮੈਂ ਪੰਜਾਬ ਦਾ ਕਾਮਯਾਬ ਬੰਦਾ ਆਮ ਆਦਮੀ ਪਾਰਟੀ ਦਾ, ਅਤੇ ਜਿਹੜੀਆਂ ਪੰਜਾਬ ਦੀਆਂ ਬਾਕੀ ਮਾਵਾਂ ਨੇ ਉਹਨਾਂ ਨੂੰ ਕਿ ਜਿਹੜੇ ਤੁਹਾਡੇ ਆਕਾ ਨੇ ਹੁਕਮ ਕਰ ਦਿੱਤੇ ਨੇ ਕਿ ਬਸ ਉਹ ਵੀ ਲਾਰਾ ਹੀ ਆ, ਉਹ 1000 ਰੁਪਏ ਤੱਕ ਸੀਮਤ ਨੇ, ਉਹਨਾਂ ਦੀ ਸਿਕਿਉਰਿਟੀ ਕਿੱਥੇ ਆ। ਕਿਉਂਕਿ ਜਦੋਂ ਕ੍ਰਾਈਮ ਵਧੂਗਾ, ਹਾਲੇ ਤਾਂ ਪੰਜਾਬ ਔਰਗੇਨਾਈਜ਼ਡ ਕ੍ਰਾਈਮ ਵੱਲ ਜਾ ਨਹੀਂ ਰਿਹਾ, ਪੰਜਾਬ ਦੇ ਵਿੱਚ ਹਲੇ ਅਨਔਰਗੇਨਾਈਜ਼ਡ ਕ੍ਰਾਈਮ ਹੈ। ਔਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਤਾਂ ਇਹ ਲੂਟਸ ਐਂਡ ਡਕੈਟੀਜ਼ ਜਿਹੜੀਆਂ ਨੇ ਬਹੁਤ ਸਾਰੀਆਂ ਵੱਧ ਸਕਦੀਆਂ ਨੇ। ਫਿਰ ਆਮ ਬੰਦੇ ਦੀ ਜਾਨ ਮਾਨ ਦਾ ਕੀ ਸਵਾਲ ਹੈ। ਲਾਅ ਐਂਡ ਆਰਡਰ ਕਿੱਥੇ ਹੈ? ਹੁਣ ਬੱਸ ਲੁੱਟ ਲਈ ਗਈ, ਰੋਜ਼ ਕੋਈ ਨਾ ਕੋਈ ਕ੍ਰਾਈਮ ਦੀ ਵਾਰਦਾਤ ਹੋ ਰਹੀ ਹੈ। ਅਤੇ ਇਕੱਲੇ ਐਗਜ਼ੀਕਿਊਟਿਵ ਦਾ ਵੀ ਨਹੀਂ, ਇਹ ਪੁਲਿਸ ਦੀ ਕਾਬਲੀਅਤ ਦੇ ਉੱਤੇ ਵੀ ਸ਼ੱਕ ਜਾਂਦਾ ਪੂਰੇ ਦਾ ਪੂਰਾ। ਫਿਰ ਉਸ ਤੋਂ ਬਾਅਦ ਮੈਂ 5ਵਾਂ ਸਵਾਲ ਕਰਦਾ ਕਿ ਕਿਵੇਂ ਹੁਣ ਤੁਸੀਂ ਗੈਂਗਵਾਰ ਨੂੰ ਠੱਲ ਪਾਉਣ ਦੇ ਨਾਂ 'ਤੇ, ਆ ਸਾਰਾ ਕੁਝ ਰੋਕਣ ਦੇ ਨਾਂ 'ਤੇ, ਜੋ DGP ਨੇ ਕਿਹਾ ਕਿ ਤੁਸੀਂ ਪੁਲਿਸ ਨੂੰ ਇੱਕ ਐਨਕਾਊਂਟਰ ਦਾ ਅਤੇ ਨੌਜਵਾਨੀ ਦੀ ਕਤਲੋ ਗੈਰਤ ਦਾ ਖੁੱਲ੍ਹਾ ਲਾਇਸੈਂਸ ਤਾਂ ਨਹੀਂ ਦੇ ਦੋਗੇ। ਤਾਂ ਪੰਜਾਬ ਨੇ ਅੱਗੇ ਕਾਲਾ ਦੌਰ ਦੇਖਿਆ। ਇਸ ਦੌਰ ਦੇ ਕਈ ਆਫਿਸਰਸ ਨੇ ਜੋ ਪ੍ਰੂਫ ਹੋ ਗਿਆ। ਹੁਣ KPS ਗਿੱਲ ਦਾ ਸਾਡੇ ਸਾਹਮਣੇ ਆ ਜਾਂਦਾ। 15,000 ਬੇਗੁਨਾਹ ਨੌਜਵਾਨਾਂ ਦੀ ਲਿਸਟ ਕੱਲੀ ਭਾਈ ਜਸਵੰਤ ਸਿੰਘ ਖਾਲੜਾ ਜੀ ਨੇ ਬਣਾਤੀ ਸੀ ਕਿ ਅਸੀਂ ਨਹੀਂ ਚਾਹੁੰਦੇ ਪੰਜਾਬ ਦੁਬਾਰਾ ਉਹਨਾਂ ਰਾਵਾਂ ਵੱਲ ਜਾਵੇ। ਅਤੇ ਮੈਂ ਜਿੱਥੋਂ ਸਟਾਰਟ ਕੀਤੀ ਸੀ ਲੈਟਰ, 6ਵਾਂ ਸਵਾਲ ਹੈ, ਮੈਂ ਇੱਕ ਤੁਹਾਨੂੰ ਦੱਸਦਾ, ਇਹ ਆਖਰੀ ਸਵਾਲ ਹੈ, ਫਿਰ ਮੈਂ ਤੁਹਾਨੂੰ ਦੱਸਦਾ ਮੈਂ ਸ਼ੁਰੂ ਕਿੱਦਾਂ ਕੀਤੀ ਸੀ ਲੈਟਰ। ਉਹਦੇ ਵਿੱਚ ਮੈਂ ਕਿਹਾ ਕਿ ਤੁਸੀਂ ਪੰਜਾਬ 'ਚ ਅੰਗਰੇਜ਼ਾਂ ਨੂੰ ਕਹਿੰਦੇ ਹੋ ਨੌਕਰੀ ਕਰਨ ਆਉਣਗੇ, ਤੁਹਾਡੇ ਆਪ ਦੇ ਬੱਚੇ ਤਾਂ ਵੈਸੇ ਮਾਨ ਸਾਹਿਬ ਨੂੰ ਬੰਦਾ ਪੁੱਛੇ ਉਹ US ਦੇ ਵਿੱਚ ਨੇ, ਅਤੇ ਤੁਸੀਂ ਜਿਹੜਾ ਇੱਥੇ ਮਾਹੌਲ ਸਿਰਜ ਰਹੇ ਹੋ, ਜਿਹੜਾ ਬੰਦਾ ਇੱਥੇ ਰਹਿ ਰਿਹਾ ਸੀਗਾ
ਉਹਨੂੰ ਤਾਂ ਤੁਸੀਂ ਇੱਥੇ ਰਹਿਣ ਦਾ ਰਿਸੋਰਸ ਨਹੀਂ ਅਵੇਲੇਬਲ ਕਰਾ ਪਾਏ। ਅਕਸਰ ਆਪਾਂ ਕਹਿੰਦੇ ਆ ਕਿ ਬ੍ਰੇਨ ਡਰੇਨ ਹੈ ਜੀ, ਬਾਹਰ ਜਾਣਾ ਚਾਹੁੰਦਾ ਯੂਥ। ਪੰਜਾਬ ਦੇ ਯੂਥ ਦੇ ਆਇਲਸ ਤੋਂ ਵੱਡੇ ਕੋਈ ਸੁਪਨੇ ਨਹੀਂ ਰਹਿ ਗਏ। ਤੇ ਜਿਹੜਾ ਆਪਦੇ ਪਿੰਡ ਰਹਿਣਾ ਚਾਹੁੰਦਾ ਸੀਗਾ ਉਹਨੂੰ ਇੱਥੇ ਉਹਦੇ ਵਾਸਤੇ ਹਾਲਾਤ ਕਿਉਂ ਨਹੀਂ ਬਣਾਏ ਗਏ। ਤੇ ਫਿਰ ਮੈਂ ਇਹੀ ਕਹਿੰਦਾ ਕਿ ਉਮੀਦ ਆ ਤੁਹਾਡੇ ਤੋਂ ਕੁਛ, ਜਿੱਥੇ ਮੈਂ ਉਮੀਦ ਤੇ ਅੰਤ ਕਰਦਾ। ਮੈਂ ਉਹਨਾਂ ਨੂੰ ਲਿਖਿਆ ਕਿ ਮੈਂ ਬ੍ਰੈਕਟ 'ਚ ਲਿਖਿਆ ਮਾਣਯੋਗ, ਮੈਂ ਪਲੱਤਣ ਵਾਲੀ ਸ਼ਾਹੀ ਵਰਤੀ ਆ, ਕਾਲੇ ਰੰਗ ਦੀ ਪਲੱਤਣ ਵਾਲਾ ਹੀ ਕਾਗਜ਼ ਵਰਤਿਆ। ਤੇ ਮੈਂ ਅਗਲੀ ਵਾਰ ਤੁਹਾਨੂੰ ਪੱਤਰ ਲਿਖਾਂ ਤਾਂ ਮੈਨੂੰ ਹੀ ਨਾ ਵਰਤਣਾ ਪਵੇ। ਤੇ ਮੈਂ ਉਸੇ ਨਾਇਕ ਇਹਨਾਂ ਦੇ ਭਗਤ ਸਿੰਘ ਦੇ ਐਂਗਲ ਤੋਂ ਸਵਾਲ ਪੁੱਛੇ ਕਿ ਉਹਦੀ ਨੌਜਵਾਨੀ ਹੀ ਖਤਮ ਹੋ ਰਹੀ ਹੈ। ਇੱਕ ਨੌਜਵਾਨ ਦਾ ਪਿਓ ਆਪਦੀ ਪੱਗ ਛਾਲ ਰਿਹਾ ਆਵਾਮ ਦੇ ਅੱਗੇ, ਕਿ ਉਹ ਤੁਹਾਡੇ ਸੁਪਨਿਆਂ 'ਚ ਨਹੀਂ ਆਉਂਦਾ? ਉਹ ਤੁਹਾਨੂੰ ਪੁੱਛਦਾ ਨਹੀਂ ਵੀ ਮੇਰੇ ਹਾਣ ਦੇ ਕਤਲ ਹੋ ਰਹੇ ਆ ਤੇ ਇਹਨਾਂ ਦੇ ਖੂਨ ਦੇ ਛਿੱਟੇ ਕਿੱਥੇ ਆ, ਕਿ ਤੁਸੀਂ ਉਹ ਬਸੰਤੀ ਰੰਗ ਨਾਲ ਇਮਾਨਦਾਰੀ ਕਮਾ ਰਹੇ ਹੋ। ਤੇ ਮੈਂ ਇੱਥੇ ਆਪਦੀ ਥੋੜ੍ਹਾ ਜਿਹਾ ਅਕਾਦਮਿਕ ਤਾਲੀਮ ਦਾ ਵੀ ਜ਼ਿਕਰ ਕੀਤਾ ਕਿ ਮੈਂ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਦੀ ਉੱਚ ਕੋਟੀ ਵਿੱਦਿਆ ਹਾਸਲ ਕੀਤੀ ਹੈ। ਤੇ ਮੇਰੇ ਕੋਲ ਕ੍ਰਿਮੀਨੋਲੋਜੀ, ਪਬਲਿਕ ਪਾਲਿਸੀਜ਼ ਦਾ, ਇੰਡੀਅਨ ਕੌਂਸਟੀਟਿਊਸ਼ਨ ਦਾ, ਹਿਊਮਨ ਰਾਈਟਸ ਦਾ ਇੱਕ ਤਜਰਬਾ ਹੈਗਾ। ਤੇ ਮੈਂ ਇਹਨਾਂ ਨੂੰ ਸਾਫ਼-ਸਾਫ਼ ਕਿਹਾ ਕਿ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਗ ਲੱਗੀ ਹੁੰਦੀ ਹੈ ਨਾ, ਉਹ ਹੱਲ ਕੱਢਦੇ ਹੁੰਦੇ ਆ ਇਹੋ ਜਿਹੇ ਮਸਲਿਆਂ ਦਾ। ਇਹਦਾ ਹੱਲ ਸਭ ਤੋਂ ਬਿਹਤਰ ਉਹ ਬੰਦੇ ਦੇ ਸਕਣਗੇ ਜਿਨ੍ਹਾਂ ਦੇ ਪੁੱਤ ਅੱਜ ਇੱਥੇ ਨਹੀਂ ਹੈਗੇ। ਉਹ ਨਹੀਂ ਚਾਹਣਗੇ ਕਿਸੇ ਹੋਰ ਦਾ ਪੁੱਤ ਇੱਦਾਂ ਚੱਲ ਜਾਵੇ। ਤੇ ਬੰਦ ਕਮਰੇ 'ਚ ਬੈਠੀ ਅਫਸਰਸ਼ਾਹੀ ਇਹ ਪਾਲਿਸੀ ਫਾਰਮੂਲੇਟ ਨਹੀਂ ਕਰ ਸਕਦੀ। ਤੇ ਸਭ ਤੋਂ ਪਹਿਲਾਂ ਸਕੈਨ ਕਰਨ ਦੇ ਲਈ ਇਹਨਾਂ ਰੀਜ਼ਨਸ ਨੂੰ ਇੱਕ ਪਾਲਿਸੀ ਫਾਰਮੂਲੇਟ ਕਰਨੀ ਪੈਣੀ ਆ। ਫਿਰ ਜਿਹੜੀ ਪਾਲਿਸੀ ਆ ਉਹਨੂੰ ਇੰਪਲੀਮੈਂਟ ਕਰਨਾ ਪੈਣਾ। ਇਹ ਚੈਲੰਜਸ ਨੇ ਹਾਲੇ ਬਹੁਤ ਵੱਡੇ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਸ ਤਰ੍ਹਾਂ ਨਾਲ ਹਾਲੇ ਹੀ ਪੰਜਾਬ ਦੇ ਵਿੱਚ ਸਰਕਾਰ ਹੈ ਉਹ ਬਦਲੀ ਹੈ ਤੇ ਹਾਲੇ ਥੋੜ੍ਹਾ ਸਮਾਂ ਜਿਹੜਾ ਸਰਕਾਰ ਨੂੰ ਦੇਣਾ ਚਾਹੀਦਾ? ਦੇਖੋ, ਮੈਨੂੰ ਇੱਕ ਗੱਲ ਦੱਸੋ, ਆ 2 ਮਹੀਨਿਆਂ ਦੇ ਵਕਫੇ ਦੇ ਵਿੱਚ 2 ਦਰਜਨ ਤੋਂ ਵੱਧ ਕਤਲ ਹੋ ਗਏ। ਹੋਰ ਕਿੰਨਾ ਸਮਾਂ, ਹੋਰ ਕਿੰਨੇ ਕਤਲਾਂ ਦੇ ਉੱਤੇ, ਮਤਲਬ ਮੈਂ ਤੁਹਾਨੂੰ ਸਵਾਲ ਕਰਦਾ, ਕਿੰਨੇ ਕਤਲ ਹੋ ਜਾਣ, ਹੋਰ ਕਿੰਨਾ ਸਮਾਂ ਪੁੱਛਦੇ ਹੋ ਤੁਸੀਂ? ਇੱਕ ਮੂਸੇ ਵਾਲਾ ਮਰ ਗਿਆ, ਹੋਰ ਕਿੰਨੀਆਂ ਮਾਵਾਂ ਦੇ ਪੁੱਤ ਮਰ ਜਾਣ ਉਦੋਂ ਪੁੱਛੀਏ। ਸਰਕਾਰ ਹੈ ਜਿਹੜੀ ਲਗਾਤਾਰ ਆਪਣੀ ਟੀਮਾਂ ਬਣਾ ਰਹੀ ਹੈ, ਸਮਝਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਦੇ ਹਾਲਾਤ ਇੱਕੋਦਮ ਅਜਿਹੇ ਨਹੀਂ ਹੋਏ। ਜਿਹੜੇ ਗੈਂਗਸਟਰ ਕਲਚਰ ਹੈ ਜਾਂ ਗੈਂਗ ਵਾਰ ਜਿਹੜੀ ਹੈਗੀ ਹੈ, ਇਸ ਸਰਕਾਰ ਦੀ ਇਕੱਲੇ ਦੀ ਦੇਣ ਨਹੀਂ ਹੈਗੀ। ਇਸ ਤੋਂ ਪਹਿਲਾਂ ਦਾ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਆ ਰਹੀਆਂ। ਤਾਂ ਮੈਂ ਤੁਹਾਡੇ ਤੋਂ ਜਾਣਨਾ ਚਾਹਾਂਗੀ, ਤੁਸੀਂ ਆਪ ਦੱਸਿਆ ਕਿ ਤੁਸੀਂ ਹਾਂਜੀ ਕ੍ਰਿਮੀਨਲ ਉਹਦੇ ਤੇ ਤੁਸੀਂ ਸਟੱਡੀ ਕੀਤੀ ਹੋਈ ਹੈ, ਹਿਊਮਨ ਰਾਈਟਸ ਦਾ ਵੀ ਤੁਸੀਂ ਗਿਆਨ ਰੱਖਦੇ ਹੋ, ਤੇ ਇਸ ਦੇ ਵਿੱਚ ਇਸ ਨੂੰ ਕਿਸ ਤਰੀਕੇ ਦੇ ਨਾਲ ਹੈ ਜਿਹੜਾ ਯੂਜ਼ ਕੀਤਾ ਜਾ ਸਕਦਾ? ਦੇਖੋ, ਇੱਥੇ ਜੇ ਤੁਸੀਂ ਗੱਲ ਕਰਦੇ ਹੋ ਕ੍ਰਾਈਮ ਦੇ ਵਿੱਚ ਇੱਕ ਟਰਮੀਨੋਲੋਜੀ ਆਉਂਦੀ ਹੈ ਡੀਪ ਸਟੇਟ ਦੀ। ਸਟੇਟ ਦੇ ਅੰਦਰਲੀ ਜਿਹੜੀ ਸਟੇਟ ਦੀ ਪਰਤ ਆ। ਜਦੋਂ ਵੀ ਕੋਈ ਪੰਜਾਬ ਦੀ ਗੱਲ ਕਰਦਾ, ਇਹ ਇਕੱਲਾ ਇੱਥੇ ਨਹੀਂ ਹੋ ਰਿਹਾ, ਇਹ ਬਾਹਰਲੀਆਂ ਕੰਟਰੀਜ਼ 'ਚ ਵੀ ਹੋਇਆ। ਵਲਾਦੀਮੀਰ ਪੁਤਿਨ ਨੇ ਚੈਚਨੀਆ ਦੇ ਵਿੱਚ ਕੀਤਾ ਸੀਗਾ, ਉਹਨਾਂ ਨੂੰ ਟੈਰਰਿਸਟ ਬਣਾ ਕੇ ਮਾਰ ਦਿੱਤਾ ਗਿਆ। ਇਹ ਸੈਪਰੇਟਿਸਟ ਮੂਵਮੈਂਟ ਜਿਹਨੂੰ ਕਹਿੰਦੇ ਆ, ਕੁਛ ਨਾ ਕੁਛ ਹੁਣ ਪੰਜਾਬ ਦੇ ਨੌਜਵਾਨ ਆ, ਪੰਜਾਬੀਅਤ ਦੀ ਗੱਲ ਕਰਦੇ ਆ, ਇੱਥੇ ਵੀ ਹੋ ਰਿਹਾ। ਜਿਹੜਾ ਕੋਈ ਥੋੜ੍ਹਾ ਜਿਹਾ ਅਵੇਅਰ ਆ, ਸਪੋਰਟਸ ਦੀ ਗੱਲ ਕਰਦਾ ਆ, ਇੱਕ ਆਜ਼ਾਦ ਸੋਚ ਦਿੰਦਾ ਆ, ਤੇ ਉਹਦੇ ਨਾਲ ਆ ਕੁਛ ਹੁੰਦਾ ਆ। ਤੇ ਇਹਦੇ ਵਿੱਚ ਕਿਤੇ ਨਾ ਕਿਤੇ AN-94 ਦਾ ਵੈਪਨ ਹੀ ਸਾਫ਼-ਸਾਫ਼ ਪ੍ਰੂਫ ਹੈ। ਐਡੇ ਡੈਡਲੀ ਵੈਪਨ ਜੇ ਇੱਥੇ ਆ ਗਏ ਆ, ਤੇ ਇਹ ਕਿਤੇ ਨਾ ਕਿਤੇ ਤਾਂ ਡੀਪ ਸਟੇਟ ਇਨਵੋਲਵ ਹੈਗੀ ਆ ਇਹਦੇ ਵਿੱਚ। ਮੈਂ ਸਾਰੇ ਦਾ ਸਾਰਾ ਜਿਹੜਾ ਆ ਸ਼ੱਕ ਜਾਂ ਜੋ ਮਰਜ਼ੀ ਆ, ਮੈਂ 1-2 ਮਹੀਨੇ ਵਾਲੀ ਪਾਰਟੀ ਤੇ ਨਹੀਂ ਦੇ ਰਿਹਾ। ਬਟ ਸਾਨੂੰ ਇਸ ਵੇਲੇ ਵਿਜ਼ੀਬਲ ਕੌਣ ਹੈ? ਅਸੀਂ ਹੁਣ ਜੇ ਕੋਈ ਸ਼ਿਕਾਇਤ ਕਰਨੀ ਆ, ਮੈਂ ਕਿਹਨੂੰ ਭੇਜਾਂ? ਡੀਪ ਸਟੇਟ ਨੂੰ? ਕਿੱਥੇ ਰਹਿੰਦੀ ਆ ਮੈਨੂੰ ਨਹੀਂ ਪਤਾ। ਇਸ ਵੇਲੇ ਟੌਪ ਐਗਜ਼ੀਕਿਊਟਿਵ ਜਿਹੜਾ ਪੰਜਾਬ ਦਾ ਆ, ਸਾਰੀ ਦੀ ਸਾਰੀ ਜ਼ਿੰਮੇਵਾਰੀ ਤਾਂ ਉਹਦੇ ਸਿਰ ਤੇ ਆਊਗੀ ਨਾ। ਉਹਦੇ ਸਿਰ ਤੇ ਜਿਹੜੀ ਜ਼ਿੰਮੇਵਾਰੀ ਆ, ਉਹਦੇ ਵਿੱਚ ਵੀ ਮੈਂ ਉਹਨੂੰ ਸਵਾਲ ਬਾਅਦ 'ਚ ਕੀਤੇ ਆ, ਮੈਂ ਉਹਨੂੰ ਹੱਲ ਪਹਿਲਾਂ ਦੱਸੇ ਆ। ਤੇ ਮੇਰਾ ਜਿਹੜਾ ਮੇਨ ਮੋਟਿਵ ਹੈ ਉਹ ਕੀ ਹੈ? ਇਹਦੇ ਉੱਤੇ ਠੱਲ ਪਾਉਣ ਦਾ। ਤੇ ਠੱਲ ਪਾਉਣ ਦੇ ਵਿੱਚ ਮੈਂ ਇੱਕ ਖਦਸ਼ਾ ਜਤਾ ਰਿਹਾ ਕਿ ਮੈਂ ਨਹੀਂ ਚਾਹੁੰਦਾ ਨੌਜਵਾਨੀ ਖਤਮ ਹੋ ਜੇ। ਤੇ ਉਹ ਮੈਨੂੰ ਲੱਗਦਾ ਇਹ ਮੈਸੇਜ ਜੇ ਇੱਕ ਟੌਪ ਐਗਜ਼ੀਕਿਊਟਿਵ ਤੱਕ ਜਾਊਗਾ, ਮੈਂ ਥੱਲੋਂ ਉੱਪਰ ਜਾਣ ਦੀ ਥਾਂ ਤੇ ਉੱਪਰੋਂ ਦੀ ਥੱਲੇ ਜਾਣਾ ਚਾਹੁੰਦਾ। ਜੇ ਇਹ ਮੈਸੇਜ ਮਾਨ ਸਾਹਿਬ ਤੱਕ ਲੱਗ ਗਿਆ, ਥੱਲੇ ਤਾਂ ਪਹੁੰਚ ਹੀ ਜਾਊਗਾ। ਕਿਉਂਕਿ ਬਹੁਤ ਸੌਖਾ ਆ ਕਹਿਣਾ ਵੀ 2 ਗੈਂਗਸ ਨੇ ਜੀ, ਹੁਣ ਇੱਕ ਨੂੰ ਖਤਮ ਕਰਨਾ ਆ। ਉਹਦੇ ਬੰਦੇ ਕਿੰਨੇ ਐਨਕਾਊਂਟਰ ਹੋ ਗਏ ਪੰਜਾਬ 'ਚ ਹੁਣ ਤੱਕ? ਇਹ ਨਵੇਂ ਨੇ, ਪੁਰਾਣਾ ਸਿਸਟਮ ਤਾਂ ਉਹੀ ਆ, ਪੁਲਿਸ ਆਫੀਸਰਸ ਤਾਂ ਉਹੀ ਨੇ, ਗੈਂਗਸ ਵੀ ਉੱਥੇ ਦੀਆਂ ਉੱਦਾਂ ਹੀ ਮੇਨਟੇਨ ਹੋ ਰਹੀਆਂ ਆ। ਹੱਲ ਕਿਸੇ 1-2 ਮਹੀਨੇ ਵਾਲੀ ਸਰਕਾਰ ਦੇ ਉੱਤੇ ਕੋਈ ਨਹੀਂ, ਬਟ ਮੌਕੇ ਦੀ ਸ਼ਿਕਾਇਤ ਆਪਾਂ ਕਿਹਦੇ ਕੋਲ ਕਰੀਏ? ਮੌਕੇ ਦੀ ਸ਼ਿਕਾਇਤ ਤਾਂ ਆਪਾਂ ਇਸੇ ਪਾਰਟੀ ਕੋਲ ਕਰਾਂਗੇ ਨਾ। ਫਿਲਹਾਲ ਦੇ ਉਹਦੇ ਤੇ ਤਾਂ ਇਹੀ ਬੈਠੇ ਨੇ ਨਾ। ਤੁਸੀਂ ਗਏ ਸੀਗੇ ਲੈਟਰ ਦੇਣ ਦੇ ਲਈ, ਕੀ ਰਿਸੀਵਿੰਗ ਹੋਈ ਹੈ ਇਸ ਦੀ ਕਿ ਉੱਥੋਂ ਤੱਕ ਪਹੁੰਚ ਪਾਏ ਹੋ CM ਮਾਨ ਤੱਕ? ਹਾਂਜੀ, ਦੂਜੀ ਵਾਰ ਹੋਈ ਆ। ਪਹਿਲੀ ਵਾਰ ਮੈਂ ਗਿਆ ਤੇ 3:45 ਵਜੇ ਸੀ, ਕਹਿੰਦੇ ਬੰਦ ਹੋ ਜਾਂਦਾ ਦਫ਼ਤਰ। ਤੇ ਉਹ ਵੀ ਹੈਰਾਨੀ ਹੋਈ ਕਿ ਆਮ ਆਦਮੀ ਦਾ ਦਫ਼ਤਰ 3:45 ਵਜੇ ਬੰਦ ਹੋ ਜਾਂਦਾ, ਸਿਰਫ ਇੱਕ ਰਿਸੀਵਲ ਚਾਹੀਦਾ ਸੀ। ਫਿਰ ਮੈਂ ਅਗਲੇ ਦਿਨ ਗਿਆ।
ਉਹਨਾਂ ਦੇ OSD ਬਰਾੜ ਸਾਹਿਬ ਨੇ ਮੈਨੂੰ ਉਮੀਦ ਜਤਾਈ ਆ। ਮੈਂ ਉਹਨਾਂ ਨੂੰ ਵੀ ਇਹੀ ਆਖਿਆ ਕਿ ਤੁਸੀਂ ਅਫਸਰਸ਼ਾਹੀ 'ਚ ਬੈਠੇ ਹੋ, ਇੱਥੇ ਆਪਦਾ ਕੰਮ ਕਰ ਰਹੇ ਹੋ, ਤੁਸੀਂ ਉਸ ਤਰੀਕੇ ਨਾਲ ਨਹੀਂ ਮਿਲ ਸਕਦੇ। ਅਤੇ ਮੈਂ ਇੱਕੋ ਵਿੱਚ ਚੈਨਲ ਕ੍ਰੀਏਟ ਕਰਨਾ ਚਾਹੁੰਦਾ, ਇੱਕ ਬ੍ਰਿਜ ਬਣ ਕੇ, ਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਉਹਨੂੰ ਸਪੋਰਟ ਕਰਨਾ ਚਾਹੁੰਦਾ। ਅਤੇ ਮੈਂ ਤੁਹਾਡੇ ਗ੍ਰੇਡ ਪੇ ਵਾਲੀ ਕੋਈ ਸੈਲਰੀ ਨਹੀਂ ਲੈਣੀ। ਬੇਸ਼ੱਕ ਮੈਂ ਤੁਹਾਡੀ ਲੌਬੀ ਦੇ ਨਾਲ, ਜੇ ਤੁਸੀਂ 6-7 ਅਖਬਾਰਾਂ ਪੜ੍ਹਦੇ ਹੋ, 8-9 ਅਖਬਾਰਾਂ ਮੈਂ ਅਕੈਡਮਿਕਲੀ ਇੰਨੀ ਇੱਕ ਕਾਬਲੀਅਤ ਰੱਖਦਾ ਕਿ ਮੈਂ ਇੱਥੇ ਦਿਮਾਗ ਦੇ ਨਾਲ ਵੀ ਪਾਲਿਸੀਜ਼ ਗੱਲ ਤੁਸੀਂ ਕਰ ਰਹੇ ਹੈਗੇ ਹੋ, ਮੈਂ ਜਾਣਨਾ ਚਾਹਾਂਗੀ ਕੀ ਕੁਆਲੀਫਿਕੇਸ਼ਨ ਹੈ ਤੁਹਾਡੀ ਔਰ ਕਿਸ ਬੇਸ ਤੇ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਜਿਹੜੇ CM ਦਫ਼ਤਰ ਹੈਗਾ ਉੱਥੇ ਵੀ ਆ ਜਿਹੜਾ ਕਲਚਰ ਹੈਗਾ ਇਸ ਨੂੰ ਲੈ ਕੇ ਉਹਨਾਂ ਦੀ ਸਹਾਇਤਾ ਕਰ ਸਕਦੇ ਹੋ ਸਰਕਾਰ ਦੀ। ਮੈਂ ਹਿਊਮਨ ਰਾਈਟਸ ਮਾਸਟਰਸ ਹਾਂ। ਲਾਅ ਦੇ ਉੱਤੇ ਮੇਰਾ ਪਿਛਲੇ 10 ਸਾਲ ਦਾ ਹੋਲਡ ਆ। ਇਸ ਫੀਲਡ ਦੇ ਉੱਤੇ ਲਾਅ ਦੇ ਵਿੱਚ ਮੈਂ ਗ੍ਰੈਜੂਏਟ ਹਾਂ। ਸੁਪਰੀਮ ਕੋਰਟ ਦੇ ਵਿੱਚ ਮੈਂ ਪਟੀਸ਼ਨਰ ਸੀਗਾ ਕਿਸਾਨ ਮੋਰਚੇ ਨੂੰ ਲੈ ਕੇ। ਸੁਪਰੀਮ ਕੋਰਟ ਤੋਂ ਇਲਾਵਾ ਮੈਂ ਇੰਟਰਨੈਸ਼ਨਲ ਡਾਕੂਮੈਂਟਸ ਡਰਾਫਟ ਕੀਤੇ ਯੂਨਾਈਟਿਡ ਨੇਸ਼ਨਸ ਦੇ ਵਿੱਚ, ਵਰਕਿੰਗ ਗਰੁੱਪ ਔਨ ਹਿਊਮਨ ਰਾਈਟਸ ਦੇ ਵਿੱਚ। ਯੂਨੀਵਰਸਲ ਪੀਰੀਓਡਿਕ ਰਿਪੋਰਟਿੰਗ ਹੁੰਦੀ ਹੈ ਜਿਹੜੀ, ਜਿੱਥੇ ਇੰਡੀਆ ਨੂੰ ਕੁਐਸਚਨ ਕਰਦੇ ਹੋ ਕਿ ਆਪਦੇ ਕਿਸਾਨਾਂ ਨਾਲ ਕੀ ਕਰ ਰਹੇ ਹੋ, ਉੱਥੇ ਮੇਰੇ ਡਾਕੂਮੈਂਟਸ ਗਏ ਨੇ। ਕੁਛ ਮੇਰੇ ਜਿਹੜੇ ਡਾਕੂਮੈਂਟਸ ਨੇ ਟਰਾਂਸਲੇਟ ਕਰਕੇ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਵੀ ਭੇਜੇ ਨੇ, ਬਾਹਰ ਦੇ ਐਕਟੀਵਿਸਟ ਗਰੁੱਪਸ ਨੇ। ਔਰ ਮੇਰਾ ਜਿਹੜਾ ਮੈਂ ਰਿਸਰਚ ਪੇਪਰ ਲਿਖਿਆ ਉਹ ਵੀ ਕਿਸਾਨਾਂ ਦੇ ਦੁਖਾਂਤ 'ਤੇ ਲਿਖਿਆ। ਕਾਮਨ ਜਿਹੜਾ ਮੁੱਦਾ ਆ ਜਿਹਦੇ ਉੱਤੇ ਮੈਂ ਕੰਮ ਕਰ ਰਿਹਾ ਉਹ ਮੈਂਟਲ ਹੈਲਥ ਹੈ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਕੇਸ ਹੈ, ਚਾਹੇ ਡਰੱਗਸ ਦਾ ਕੇਸ ਹੈ, ਚਾਹੇ ਭਟਕੇ ਹੋਏ ਨੌਜਵਾਨਾਂ ਦਾ ਕੇਸ ਹੈ। ਹਰ ਗੱਲ ਕਿੱਥੇ ਆ ਕੇ ਖ਼ਤਮ ਹੁੰਦੀ ਹੈ? ਮੈਂਟਲ ਹੈਲਥ ਦੇ ਉੱਤੇ। ਅਤੇ ਉਸ ਮੈਂਟਲ ਹੈਲਥ ਦੇ ਉੱਤੇ ਮੇਰਾ ਹੋਲਡ ਹੈ। ਬੇਸਿਕਲੀ ਮੇਰੀ ਫੀਲਡ ਜਿਹੜੀ ਆ ਉਹ ਲਾਅ ਦੀ ਹੈ, ਹਿਊਮਨ ਰਾਈਟਸ ਦੀ ਹੈ, ਬਟ ਮੈਂ ਆਪਦੀ ਫੀਲਡ ਨੂੰ ਓਵਰਪਲੇ ਕਰਕੇ ਹਾਰਮੋਨਸ ਕਿਵੇਂ ਇੰਟਰਚੇਂਜ ਕਰਦੇ ਨੇ, ਹਾਰਮੋਨਲ ਬੈਲੈਂਸ ਕੀ ਹੈ, ਬ੍ਰੇਨ ਕੈਮਿਸਟਰੀ ਕੀ ਹੈ, ਮੇਰਾ ਉਹਨਾਂ ਦੇ ਉੱਤੇ ਵੀ ਹੋਲਡ ਹੈ। ਡਾਈਟ ਕੀ ਅਸਰ ਪਾਉਂਦੀ ਹੈ, ਫਿਜ਼ੀਕਲ ਵਰਕਆਊਟਸ ਕੀ ਅਸਰ ਪਾਉਂਦੇ ਆ, ਫਿਜ਼ੀਕ ਕੀ ਕਰਦੀ ਹੈ, ਮੇਰਾ ਉਹਨਾਂ ਸਬਜੈਕਟਸ 'ਤੇ ਵੀ ਹੋਲਡ ਹੈ। ਅਤੇ ਜਦ ਤੱਕ ਯੂਥ ਸਪੋਰਟਸ ਨਾਲ ਨਹੀਂ ਜੁੜਦਾ, ਜਦ ਤੱਕ ਯੂਥ ਨੂੰ ਅੱਗੋਂ ਸਪੋਰਟ ਨਹੀਂ ਮਿਲਦੀ, ਜੋ ਵਖਰੇਵੇਂ ਹੋ ਰਹੇ ਆ, ਇੱਥੋਂ ਸਪੋਰਟਸ ਪਰਸਨ ਨਹੀਂ ਨਿਕਲ ਰਹੇ। ਕੋਈ ਡਿਸਕਸ ਥਰੋ ਦਾ ਪਲੇਅਰ ਸੀਗਾ, ਕੋਈ ਹੈਮਰ ਥਰੋ ਦਾ ਪਲੇਅਰ ਸੀ, ਜਿਹੜਾ ਸ਼ੂਟਰ ਵੀ ਸੀਗਾ, ਓਲੰਪਿਕਸ 'ਚ ਜਾ ਕੇ ਰਿਪਰੈਜ਼ੈਂਟ ਕਰ ਸਕਦਾ ਸੀ। ਜਦ ਤੱਕ ਇੱਕ ਚੀਜ਼ ਨੂੰ ਪ੍ਰਮੋਟ ਨਹੀਂ ਕੀਤਾ ਜਾ ਰਿਹਾ, ਬੜੇ ਆਰਟਿਸਟ ਨੇ ਇੱਥੇ, ਆਰਟ ਵਰਕ ਹੋ ਰਿਹਾ ਆ। ਮੋਰਚੇ 'ਚ ਸਾਨੂੰ ਦੇਖਣ ਨੂੰ ਮਿਲਿਆ ਕਿੰਨੀਆਂ ਸੋਹਣੀਆਂ ਪੇਂਟਿੰਗਸ ਆਈਆਂ, ਕੀ ਕੁਛ ਅੱਗੇ ਆਇਆ। ਉਹ ਟੈਲੈਂਟ ਹੀ ਸੀ ਨਾ, ਯੂਥ ਦਾ ਚੈਨਲਾਈਜ਼ ਨਹੀਂ ਸੀ ਹੋ ਰਿਹਾ। ਮੋਰਚੇ ਦੇ ਵਿੱਚ ਸਾਨੂੰ ਦਿਖ ਗਿਆ। ਇਹ ਪ੍ਰੋਬਲਮ ਹੈ ਪੰਜਾਬ ਦੇ ਯੂਥ ਦੀ, ਐਨਰਜੀ ਬਹੁਤ ਜ਼ਿਆਦਾ ਹੈ, ਚੈਨਲਾਈਜ਼ ਕਰਨ ਦਾ ਜ਼ਰੀਆ ਨਹੀਂ ਲੱਭ ਰਿਹਾ। ਅਤੇ ਮੈਂ ਸਰਕਾਰ ਜੇ ਹੈਲਪ ਕਰੇ ਇੱਕ ਚੈਨਲ ਕ੍ਰੀਏਟ ਕਰ ਸਕਦਾ। ਤੇ ਅਗਰ ਦੇਖਿਆ ਜਾਏ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਤੁਸੀਂ ਸਰਕਾਰ ਦੇ ਵਿੱਚ ਜਾ ਕੇ ਉਹਨਾਂ ਦੇ ਲਈ ਇੱਕ ਚੈਨਲ ਬਣਨਾ ਚਾਹੁੰਦੇ ਹੋ ਕਿ ਜਿਹੜੇ ਰਾਹ 'ਤੇ ਹਾਲੇ ਮਾਨ ਸਰਕਾਰ ਸੋਚ ਨਹੀਂ ਰਹੀ ਆ, ਉਹਨਾਂ ਨੂੰ ਹਾਲੇ ਉੱਥੇ ਪਹੁੰਚਣ 'ਤੇ ਥੋੜ੍ਹਾ ਟਾਈਮ ਲੱਗੇਗਾ। ਤੁਸੀਂ ਚਾਹੁੰਦੇ ਹੋ ਕਿ ਪੰਜਾਬ ਨੂੰ ਥੋੜ੍ਹਾ ਜਿਹਾ ਉਸ ਤਰੀਕੇ ਦੇ ਨਾਲ ਬਣਾ ਲਿੱਤਾ ਜਾਏ ਅਤੇ ਤਾਂ ਕਿ CM ਤੱਕ ਇੱਕ ਤਾਂ ਪਹੁੰਚ ਈਜ਼ੀ ਹੋ ਜਾਏ ਅਤੇ ਦੂਜਾ ਜਿਹੜਾ ਯੂਥ ਹੈ ਉਹ ਹੋਰ ਚੀਜ਼ਾਂ ਦੇ ਵਿੱਚ ਭਟਕ ਰਿਹਾ, ਉਸ ਨੂੰ ਜਿਹੜਾ ਹੈ ਸਹੀ ਰਾਹੇ ਲਾ ਦਿੱਤਾ ਜਾਏ। ਸਹੀ ਰਾਹੇ ਲਾ ਦਿੱਤਾ ਜਾਵੇ। ਇਸ ਤੋਂ ਇਲਾਵਾ ਮੈਂ ਕ੍ਰਾਈਮ ਦੇ ਵਿੱਚ ਦੇਖਦਾ ਕਿ ਇੰਟਰਵਿਊਜ਼ ਕਿਵੇਂ ਕੰਡਕਟ ਹੁੰਦੀਆਂ, ਕ੍ਰਾਈਮ ਨੂੰ ਕਈ ਵਾਰੀ ਮਨਵਾਇਆ ਕਿਵੇਂ ਜਾਂਦਾ। ਹਰ ਥਾਂ 'ਤੇ ਟੋਰਚਰਸ ਕਾਫੀ ਨਹੀਂ ਹੁੰਦੇ, ਪੀਸਫੁਲ ਟਾਕਿੰਗ ਕਾਫੀ ਹੁੰਦੀ ਆ, ਅੰਦਰ ਦੀ ਰੂਹ ਨੂੰ ਛੋਹਣਾ ਹੁੰਦਾ ਆ, ਬੰਦੇ ਨੂੰ ਅਹਿਸਾਸ ਕਰਾਉਣਾ ਹੁੰਦਾ ਕੀ ਗਲਤ ਹੋਇਆ ਤੇਰੇ ਤੋਂ। ਈਵਨ ਮੈਂ ਜਿਹੜੀਆਂ ਪੁਲਿਸ ਇੰਟੈਰੋਗੇਸ਼ਨਸ ਵੀ ਕਰੂਗੀ ਇਹਨਾਂ ਦੀਆਂ ਗੈਂਗਸਟਰਸ ਦੀਆਂ, ਮੈਂ ਉਹਦੇ ਵਿੱਚ ਵੀ ਹੈਲਪ ਕਰ ਸਕਦਾ, ਕਿਉਂਕਿ ਕ੍ਰਾਈਮ 'ਤੇ ਮੇਰਾ ਇਸ ਹੱਦ ਤੱਕ ਹੋਲਡ ਹੈਗਾ ਕਿ ਮੈਂਟਲ ਓਵਰਪਲੇ ਕੀ ਹੈ, ਕਿਸ ਚੀਜ਼ ਨੇ ਇਸ ਹਾਲਾਤ ਵੱਲ ਤੋਰਿਆ। ਤੇ ਫਿਰ ਤੁਹਾਨੂੰ ਉਹਨਾਂ ਦਾ ਕੋਈ ਆਨਸਰ ਮਿਲਿਆ ਹੈਗਾ, ਕਿਸੇ ਤਰ੍ਹਾਂ ਦੀ ਕੋਈ ਜਵਾਬ ਜਾਂ ਕੋਈ ਮੀਟਿੰਗ? ਤਾਂ ਇਹ ਜਿਹੜੀਆਂ ਗੱਲਾਂ ਨੇ ਮੈਂ ਕੁਝ ਹਿੰਟਸ ਦਿੱਤੇ ਆ, ਅਸਲੀ ਤਾਂ ਮੈਂ ਗੱਲਾਂ ਉਦੋਂ ਹੀ ਕਰ ਪਾਊਂਗਾ ਨਾ। ਦੇਖੋ ਹੁਣ ਇਹ ਤਾਂ ਟਿਪ ਆਫ ਆਈਸਬਰਗ ਹੈ। ਜਿਹੜੇ ਪੰਜਾਬ ਦੇ ਮੁੱਦੇ ਨੇ ਇੱਕ 4 ਕਾਗਜ਼ਾਂ ਦੀ ਚਿੱਠੀ ਦੇ ਮੁਤਾਜ ਨਹੀਂ ਆ। ਇਹ ਤਾਂ ਉਹਨਾਂ ਨੇ ਇੱਕ ਡਾਇਰੈਕਸ਼ਨ ਦਿੱਤੀ ਆ। ਮੈਂ ਜਦ ਤੱਕ ਉਹ ਮੇਰੇ ਨਾਲ ਗੱਲ ਨਹੀਂ ਕਰਨਗੇ, ਹੁਣ ਜਿੱਦਣ ਮੈਂ ਚਿੱਠੀ ਲਿਖੀ ਅੱਜ ਨਵੇਂ ਮੁੱਦੇ ਓਰੀਜੀਨੇਟ ਹੋ ਗਏ। ਹੁਣ ਉਹ ਲਾਰੈਂਸ ਬਿਸ਼ਨੋਈ ਗਰੁੱਪ ਦੇ ਕਿਸੇ ਦੀ ਆਡੀਓ ਕਹਿੰਦੇ ਸਾਡੇ ਕੋਲ ਤਾਂ AN-94 ਤੋਂ ਵੀ ਤਕੜੇ ਵੈਪਨ ਹੈਗੇ ਆ, ਜਿਹੜੇ ਫਿਲਮਾਂ 'ਚ ਹੁੰਦੇ, ਜੋ ਤੁਸੀਂ ਸੋਚ ਸਕਦੇ ਹੋ ਸਾਡੇ ਕੋਲ ਉਹ ਵੀ ਹੈਗਾ। ਹੁਣ ਇੱਕ ਨਵੀਂ ਪ੍ਰੋਬਲਮ ਆ ਗਈ। ਇਹ ਤਾਂ ਨਵੇਂ ਚੈਲੰਜਿਸ ਹੈ। ਜਿਵੇਂ ਜਿਵੇਂ ਵੱਧਦੀ ਜਾਣਗੇ ਮੇਰੇ ਪੁਆਇੰਟਸ ਵੀ ਵੱਧਦੇ ਜਾਣਗੇ। ਹੱਲ ਤਾਂ ਇਹ ਹੈ ਨਾ ਕਿ ਇੱਕ ਮੀਟਿੰਗ ਹੋਵੇ, ਉਸ ਤੋਂ ਬਾਅਦ ਇੱਕ ਰੋਡ ਮੈਪ ਤਿਆਰ ਹੋਵੇ, ਉਹਦੇ ਉੱਤੇ ਕੰਮ ਹੋਣਾ ਸ਼ੁਰੂ ਹੋਵੇ। ਜਦ ਕਿ ਹੋ ਕੀ ਰਿਹਾ, ਭਰਮਾਇਆ ਜਾ ਰਿਹਾ ਜੀ ਹੁਣ ਉਹਦੇ ਨਾਂ 'ਤੇ ਮਿਊਜ਼ਿਕ ਬਣਾ ਦਿੱਤਾ, ਸਟੇਡੀਅਮ ਬਣਾ ਦਿੱਤਾ ਜਾਊਗਾ, ਇਹ ਹੋ ਜਾਊਗਾ। ਮੰਗ ਸੀ ਨਾ, ਉਦੋਂ ਦੀ ਮੰਗ ਸੀਗੀ ਉਹਨਾਂ ਦੇ ਪਰਿਵਾਰ ਵਾਲਿਆਂ ਦੀ, ਉਹਨਾਂ ਦੇ ਜਿਹੜੇ ਪਿੰਡ ਵਾਲਿਆਂ ਦੀ, ਉਹਨਾਂ ਦੀ ਮੰਗ ਸੀਗੀ ਤੇ CM ਉਹ ਮੰਗਾਂ ਮੰਨ ਕੇ ਆਏ ਨੇ। ਤੁਸੀਂ ਸ਼ੋਰ ਹੋ ਕੇ ਕਹਿ ਸਕਦੇ ਹੋ ਉਹਨਾਂ ਦੇ ਪਿੰਡ ਵਾਲਿਆਂ ਦੀ ਮੰਗ ਸੀਗੀ ਕਿ ਮੰਗ ਕ੍ਰੀਏਟ ਕੀਤੀ ਗਈ ਹੈ? ਇਹ ਅੱਜ ਜਿਹੜੀ ਮੁਲਾਕਾਤ ਹੋਈ ਹੈ CM ਦੇ ਨਾਲ, ਤੇ ਉੱਥੇ ਬਕਾਇਦਾ ਇਸ ਚੀਜ਼ ਦੀ ਜਿਹੜੀ ਹੈ ਵੀਡੀਓ ਵੀ ਸਾਹਮਣੇ ਆਈ ਹੈ ਕਿ ਲੋਕਾਂ ਨੇ ਡਿਮਾਂਡ ਕੀਤੀ ਕਿ ਸਾਡੇ ਇੱਥੇ ਇੱਕ ਸਟੇਡੀਅਮ ਬਣਨਾ ਚਾਹੀਦਾ ਤੇ ਇੱਕ ਕੈਂਸਰ ਹਸਪੀਟਲ ਬਣਨਾ ਚਾਹੀਦਾ, ਜਿਹੜੀ ਕਿ ਡਿਮਾਂਡ ਆ ਉਹ ਮੰਨੀ ਗਈ ਹੈ। ਠੀਕ ਹੈ,
ਉਸ ਤੋਂ ਪਹਿਲਾਂ ਵਾਲੀ ਡਿਮਾਂਡ ਇੱਕ ਇਨਸਾਫ ਦੀ ਵੀ ਹੈਗੀ ਆ। ਇਨਸਾਫ ਦੀ ਗੱਲ ਵੀ ਸੀਐਮ ਨੇ ਕੀਤੀ ਕਿ ਮੈਂ ਇਨਸਾਫ ਵੀ ਜ਼ਰੂਰ ਦਵਾਵਾਂਗਾ। ਨਹੀਂ, ਇਹ ਤੁਹਾਨੂੰ ਮੈਂ ਦੱਸ ਰਿਹਾ ਨਾ ਹੁੰਦਾ ਕੀ ਹੈ, ਇਨਸਾਫ ਸਭ ਤੋਂ ਪਿੱਛੇ ਰਹਿ ਜਾਂਦਾ। ਸਟੇਡੀਅਮਸ ਬਣ ਜਾਂਦੇ ਨੇ, ਇਮਾਰਤਾਂ ਬਣ ਜਾਂਦੀਆਂ, ਬੁੱਤ ਬਣ ਜਾਂਦੇ ਨੇ। ਹੁਣ ਤੁਹਾਨੂੰ ਪਤਾ ਹੈ ਇੱਕ ਪੰਜਾਬ ਰਿਆਸਤੀ ਪਰਜਾ ਮੰਡਲ ਦਾ ਬੰਦਾ ਹੋਇਆ ਸੀਗਾ, ਕੀ ਨਾਮ ਸੀ ਉਹਦਾ, ਜਿਹਨੇ ਮੂਵਮੈਂਟ ਚਲਾਈ ਸੀ ਪੰਜਾਬ ਰਿਆਸਤੀ ਪਰਜਾ ਮੰਡਲ ਪੰਜਾਬ ਦੇ ਇਤਿਹਾਸ ਦੇ ਵਿੱਚ। ਉਹਦਾ ਬੁੱਤ ਲੱਗਿਆ ਹੋਇਆ ਪਟਿਆਲੇ ਦੇ ਵਿੱਚ ਰਾਜੇ ਦੇ ਮਹਿਲ ਦੇ ਕੋਲ, ਉਹ ਬੁੱਤ ਲੱਗਿਆ ਹੋਇਆ। ਰਾਜਾਸ਼ਾਹੀ ਅੱਜ ਵੀ ਜੀਂਦੀ ਆ। ਤੇ ਫਿਰ ਕਿਸ ਤਰ੍ਹਾਂ ਸਾਰੀਆਂ ਚੀਜ਼ਾਂ ਨੇ ਲਾਉਣੇ, ਸਟੇਡੀਅਮ ਬਣਾਉਣੇ ਕਾਫੀ ਨਹੀਂ ਹੁੰਦੇ। ਪ੍ਰੋਬਲਮ ਦਾ ਹੱਲ ਇਹ ਹੋਣਾ ਆ ਜਿੱਦਣ ਸਿੱਧੂ ਮੂਸੇਵਾਲੇ ਦੀ ਮਾਰ ਗਈ ਕੋਈ ਹੋਰ ਨਹੀਂ ਹੋਊਗੀ ਜਿਹੜੀ 6 ਫੁੱਟ ਦੇ ਪੁੱਤ ਦੀ ਲਾਸ਼ ਦਾ ਜੂੜਾ ਐਂ ਗੁੰਦਦੀ ਹੋਊਗੀ। ਨਹੀਂ, ਬਿਲਕੁਲ ਅਸੀਂ ਜਜ਼ਬਾਤ ਹੈ ਜਿਹੜੇ ਉਹ ਸਮਝ ਸਕਦੇ। ਗੱਲ ਇਹ ਵੀ ਤਾਂ ਹੈ ਨਾ ਕਿ ਸਿਰਫ ਸਿਆਸਤ ਨੂੰ ਅਸੀਂ ਨਹੀਂ ਨਿੰਦ ਸਕਦੇ, ਅਸੀਂ ਆਮ ਲੋਕ ਆ, ਸਾਡੀ ਵੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਅਸੀਂ ਉਹਨਾਂ ਚੀਜ਼ਾਂ ਨੂੰ ਲੈ ਕੇ ਅੱਗੇ ਜਾਈਏ। ਅਸੀਂ ਦਿਲ ਦੇ ਵਿੱਚ ਭਗਤ ਸਿੰਘ ਹੀ ਜ਼ਿੰਦਾ ਰੱਖਿਆ ਕਿਉਂਕਿ ਉਹਨਾਂ ਨੂੰ ਅਸੀਂ ਦੇਖਿਆ ਸੁਣਿਆ। ਬਾਕੀ ਜਿਵੇਂ ਤੁਸੀਂ ਉਹਨੇ ਰਿਆਸਤੀ ਉਹਨਾਂ ਦੀ ਗੱਲ ਕੀਤੀ, ਉਹ ਸਾਡੇ ਸਾਰਿਆਂ ਨੂੰ ਨਹੀਂ ਪਤਾ, ਤੱਕ ਜਿਹਨੂੰ ਪਤਾ ਹੈ, ਜਿਹਦੇ ਪਰਿਵਾਰ ਦਾ ਸੀ, ਉਹ ਉਹਦੇ ਵਿੱਚ ਜ਼ਿੰਦਾ ਹੈ। ਅਖੀਰੀ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹਾਂਗੀ ਕਿ ਕਿਸ ਤਰ੍ਹਾਂ ਇਹ ਚੀਜ਼ਾਂ ਨੇ ਜਿਹੜੀਆਂ ਠੀਕ ਹੋ ਸਕਦੀਆਂ ਨੇ, ਤੁਹਾਡੇ ਕੋਲ ਕੀ ਹੱਲ ਨੇ? ਹੱਲ ਹੋਲਿਸਟਿਕ ਪਬਲਿਕ ਪਾਲਿਸੀ ਹੈ। ਸਭ ਤੋਂ ਪਹਿਲਾਂ ਹੱਲ ਇਹ ਨਹੀਂ ਹੈ ਕਿ ਕੋਈ, ਹਾਂ ਇਹ ਬਹੁਤ ਸ਼ਲਾਘਾਯੋਗ ਕਦਮ ਹੈ, ਮੈਂ ਇਹ ਨਹੀਂ ਕਹਿੰਦਾ ਸਟੇਡੀਅਮ ਬਣਾਤਾ, ਪਰ ਹੈਰਾਨੀ ਨਹੀਂ ਕਿ ਜਿਹੜੇ ਗਾਣੇ ਕਿਸੇ ਵੇਲੇ ਬੈਨ ਕਰਨ ਨੂੰ ਕਹਿੰਦੀਆਂ ਸੀ ਸਰਕਾਰਾਂ, ਗਨ ਕਲਚਰ ਕਹਿੰਦੀਆਂ ਸੀ, ਕਿਸ ਮੁਥਾਜੀ ਤੇ ਆ ਗਈਆਂ ਹੁਣ? ਕੀ ਉਹਨਾਂ ਨੂੰ ਇਹ ਲੱਗ ਰਿਹਾ ਕਿ ਹੁਣ ਦੀ ਅੱਗ ਉਹ ਸਟੇਡੀਅਮ ਬਣਾ ਕੇ ਸ਼ਾਂਤ ਹੋ ਜਾਊਗੀ? ਜੇ ਉਸ ਗਾਣਿਆਂ ਤੋਂ ਇੰਨਾ ਡਰ ਲੱਗਦਾ ਸੀ, ਤੁਸੀਂ ਅੱਜ ਸਟੇਡੀਅਮ ਦੀ ਗੱਲ ਕਰ ਰਹੇ ਹੋ, ਅੱਜ ਤੋਂ 2 ਮਹੀਨੇ ਪਹਿਲਾਂ ਦੀਆਂ ਚੱਕੋ, ਉਹਦੇ ਵਿੱਚ ਤਾਂ ਕਿਹਾ ਜਾ ਰਿਹਾ ਵੀ ਇਹ ਗਨ ਕਲਚਰ ਪ੍ਰਮੋਟ ਕਰਨਾ ਨਹੀਂ ਬਣਦਾ, ਵਿਆਹਾਂ 'ਚ ਗਾਣੇ ਨਹੀਂ ਵੱਜਣੇ ਚਾਹੀਦੇ। ਤੇ ਫਿਰ ਜਿਹਦੇ ਨਾਂ 'ਤੇ ਤੁਸੀਂ ਸਟੇਡੀਅਮ ਬਣਾਓਗੇ, ਲੋਕੀ ਤਾਂ ਇੰਟਰਨੈਟ 'ਤੇ ਸਰਚ ਕਰਨਗੇ ਭਾਈ ਕੌਣ ਸੀ ਇਹ ਆਰਟਿਸਟ, ਕੀ ਲਿਖਦਾ ਸੀ। ਸਰਕਾਰ ਨੂੰ ਸਵਾਲਾਂ ਦੇ ਕਟਘਰੇ 'ਚ ਖੜਾ ਕਰ ਰਹੇ ਹੋ ਤੁਸੀਂ? ਸਰਕਾਰ ਨੂੰ ਸਵਾਲਾਂ ਦੇ ਕਟਘਰੇ 'ਚ ਨਹੀਂ ਖੜਾ ਕਰ ਰਿਹਾ, ਸਰਕਾਰ ਨੂੰ ਮਜਬੂਰ ਕਰ ਰਿਹਾ ਵੀ ਆਹ ਚੀਜ਼ਾਂ ਕਰਨ ਦੀ ਥਾਂ 'ਤੇ ਅਸਲੀ ਹੱਲ ਕਰੋ। ਮੈਂ ਹੱਲ ਲਿਖ ਰਿਹਾ, ਹੱਲ, ਸਵਾਲ ਮੈਂ ਸਿਰਫ 6 ਲਿਖੇ ਨੇ, ਹੱਲ ਜ਼ਿਆਦਾ ਹੁੰਦੇ ਆ ਮੇਰੇ ਕੋਲ, ਮੈਂ ਸਵਾਲ ਹੋਰ ਲਿਖ ਸਕਦਾ ਆ। ਉਹ ਤਾਂ ਤੁਸੀਂ ਮੈਨੂੰ ਸਵਾਲ ਕਰ ਰਹੇ ਹੋ ਤੇ ਮੈਨੂੰ ਲੱਗਦਾ ਸਵਾਲ ਦਾ ਜਵਾਬ ਇੱਥੇ ਸਵਾਲ ਹੀ ਹੈ, ਕਿਉਂਕਿ ਸਵਾਲ ਦਾ ਜਵਾਬ ਕਈ ਵਾਰ ਸਵਾਲ ਹੁੰਦਾ ਹੈ ਜੋ ਦਿਮਾਗ ਨੂੰ ਜਾਗ ਲਾਉਣੀ ਹੋਵੇ। ਧੰਨਵਾਦ ਜੀ। ਇਹ ਸਨ ਸਾਡੇ ਨਾਲ ਐਕਟਿਵਿਸਟ ਗੁਰਮੋਹਨ, ਜਿਨ੍ਹਾਂ ਦੀ ਆਪ ਦੀ ਜਿਹੜੀ ਸਟੱਡੀ ਹੈਗੀ ਉਹ ਵੀ ਕਾਫੀ ਹਾਇਰ ਹੈਗੀ ਹੈ ਤੇ ਹਿਊਮਨ ਰਾਈਟਸ ਦੇ ਵਿੱਚ ਖਾਸ ਤੌਰ ਤੇ ਇਹ ਰੁਚੀ ਰੱਖਦੇ ਨੇ। ਨਾਲ ਹੀ ਨਾਲ ਲਾਅ ਦੀ ਵੀ ਸਟੱਡੀ ਇਹਨਾਂ ਨੇ ਕੀਤੀ ਹੈ। ਹਾਲ ਹੀ ਦੇ ਵਿੱਚ ਪੰਜਾਬ ਦੇ ਵਿੱਚ ਜੋ ਇਨਸੀਡੈਂਟ ਹੋਏ ਨੇ ਉਹਨਾਂ ਨੂੰ ਲੈ ਕੇ ਇਹ ਕਾਫੀ ਜਿਹੜੇ ਨੇ ਉਹ ਜਾਗਰੂਕ ਨੇ ਤੇ ਚਾਹੁੰਦੇ ਨੇ ਕਿ ਪੰਜਾਬ ਦੇ ਜਿਹੜੇ ਲੋਕ ਨੇ ਉਹ ਵੀ ਹੁਣ, ਇਸ ਕਰਕੇ ਚਾਹੁੰਦੇ ਨੇ ਕਿ ਅਗਰ ਸੀਐਮ ਭਗਵੰਤ ਮਾਨ ਦੇ ਨਾਲ ਇਹਨਾਂ ਦੀ ਮੁਲਾਕਾਤ ਹੋ ਜਾਏ ਜਾਂ ਉਸ ਟੀਮ ਦਾ ਇਹ ਹਿੱਸਾ ਬਣ ਸਕਣ ਤਾਂ ਇਹਨਾਂ ਕੋਲ ਬਹੁਤ ਸਾਰੇ ਸੋਲਿਊਸ਼ਨਸ ਹੈਗੇ ਨੇ ਜੋ ਕਿ ਪੰਜਾਬ ਦੇ ਵਿੱਚ ਇੱਕ ਨਵੀਂ ਕ੍ਰਾਂਤੀ ਹੈ ਜਿਹੜੀ ਲਿਆ ਸਕਦੇ ਨੇ। ਹੁਣ ਦੇਖਣਾ ਹੋਏਗਾ ਕਿ ਇਹ ਉੱਥੋਂ ਤੱਕ ਪਹੁੰਚ ਕਰ ਪਾਉਂਦੇ ਨੇ ਜਾਂ ਫਿਰ ਨਹੀਂ। ਵੀਡੀਓ ਜਰਨਲਿਸਟ ਅਨਿਲ ਦੇ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ। ਬਾਬਾ ਯਾਮੀਨ ਬੰਗਾਲੀ ਗੋਲਡ ਮੈਡਲਿਸਟ ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਵੇਖੋ। ਦੇਸ਼ ਵਿਦੇਸ਼ 'ਚ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਨੇ। ਘਰ ਬੈਠੇ 11 ਮਿੰਟਾਂ 'ਚ 101% ਦੀ ਗਾਰੰਟੀ ਨਾਲ ਸਮਾਧਾਨ। ਵਸ਼ੀਕਰਨ ਅਤੇ ਮੁਠਕਰਨੀ ਦੇ ਮਾਹਿਰ ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰਾਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ ਚੰਬਨ, ਜਾਦੂ ਟੋਣਾ, ਮਨਮੋੜੀ ਵਸ਼ੀਕਰਨ ਕਰਵਾਉਣਾ ਜਾਂ ਤੁੜਵਾਉਣਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਸਦਾ ਲਈ ਰੁੱਸੇ ਨੂੰ ਮਨਾਉਣਾ, ਪਿਆਰ ਮੁਹੱਬਤ। ਬਾਬਾ ਯਾਮੀਨ ਬੰਗਾਲੀ 96 435 032 21।